ਜਿਹੜੀ ਜਾਦੂ ਦੀ ਛੜੀ ਮੇਰੇ ਕੋਲ ਹੈ ਉਹ ਤੁਹਾਡੇ ਕੋਲ ਵੀ ਹੈ, ਉਹ ਭਾਈ ਸਾਹਿਬ ਕੋਲ ਵੀ ਹੈ, ਇਹਨਾਂ ਕੋਲ ਸਭ ਕੋਲ ਹੈਗੀ ਹੈ। ਅਸੀਂ ਕਹਿੰਦੇ ਆ ਅਗਰ ਆਪਣੇ ਸਰੀਰ ਨੂੰ ਆਪਾਂ ਆਪਣੇ ਅੰਦਰਲੇ ਸਿਸਟਮ ਨੂੰ ਠੀਕ ਕਰ ਲਈਏ, ਇਹਨੂੰ ਅੰਦਰੋਂ ਸਟਰੋਂਗ ਕਰ ਲਈਏ, ਕਲੀਨ ਕਰ ਲਈਏ, ਡਿਟੌਕਸ ਕਰ ਲਈਏ, ਤਾਂ ਬਾਡੀ ਆਪਣੇ ਆਪ ਹੀ ਬਿਮਾਰੀ ਨੂੰ ਹਰਾ ਦਿੰਦੀ ਹੈ। ਦਰਸ਼ਕਾਂ ਦਾ ਸਵਾਗਤ। ਮੈਂ ਸ਼ਾਲੋ ਮਿਰੋਕ ਤੇ ਗੱਲ ਅੱਜ ਉਹਨਾਂ ਲਾ ਇਲਾਜ ਬਿਮਾਰੀਆਂ ਦੀ ਕਰਾਂਗੇ ਜਿਨ੍ਹਾਂ ਦੀ ਪਰਮਾਰ ਹੋ ਚੁੱਕੀ ਹੈ ਦੁਨੀਆ ਦੇ ਵਿੱਚ। ਹਰ ਇੱਕ ਵਿਅਕਤੀ ਜਿਹੜਾ ਹਰ ਇੱਕ ਪਰਿਵਾਰ ਦੇ ਵਿੱਚ ਕੋਈ ਨਾ ਕੋਈ ਵਿਅਕਤੀ ਹੋਏਗਾ ਬਿਮਾਰੀ ਤੋਂ ਪੀੜਿਤ ਹੋਏਗਾ। ਇਲਾਜ ਦੇ ਲਈ ਦਰ ਦੀਆਂ ਠੋਕਰਾਂ ਖਾ ਰਹੇ ਨੇ, ਕਿਸੇ ਦਾ ਇਲਾਜ ਹੋ ਪਾਉਂਦਾ ਹੈ ਪਰ ਠੀਕ ਫਿਰ ਵੀ ਕਈ ਮਰੀਜ਼ ਇਹੋ ਜਿਹੇ ਨੇ ਨਹੀਂ ਹੋ ਪਾਉਂਦੇ। ਅਸੀਂ ਗੱਲ ਕਰ ਰਹੇ ਹਾਂ ਕਿਡਨੀ ਲੀਵਰ ਦੀਆਂ ਜਿਹੜੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਫੈਲੀਆਂ ਹੋਈਆਂ ਨੇ, ਤੇ ਅੱਜ ਅਜਿਹੀ ਸ਼ਖਸੀਅਤ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਵੱਲੋਂ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਬਿਮਾਰੀਆਂ ਦਾ ਇਲਾਜ ਹੈ, ਇਹ ਬਿਮਾਰੀਆਂ ਠੀਕ ਕਰਨ ਦਾ ਵੀ ਦਾਅਵਾ ਕਰ ਰਹੇ ਨੇ। ਸਾਡੇ ਨਾਲ ਆਚਾਰਿਆ ਮਨੀਸ਼ ਜੀ ਨੇ। ਇਹਨਾਂ ਤੋਂ ਹੀ ਜਾਣਦੇ ਆ ਕਿ ਆਖਿਰਕਾਰ ਇਹਨਾਂ ਦੇ ਕੋਲੇ ਕਿਹੜੀ ਜਾਦੂ ਦੀ ਛੜੀ ਹੈ ਜਿਸ ਦੇ ਨਾਲ ਇਹ ਇਹਨਾਂ ਬਿਮਾਰੀਆਂ ਨੂੰ ਜਿਹੜਾ ਠੀਕ ਕਰਦੇ ਨੇ। ਆਚਾਰਿਆ ਜੀ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਕਿ ਤੁਹਾਡੇ ਕੋਲੇ ਕਿਹੜੀ ਇਹੋ ਜੀ ਜਾਦੂ ਦੀ ਛੜੀ ਆ ਗਈ? ਮੈਮ, ਜਿਹੜੀ ਜਾਦੂ ਦੀ ਛੜੀ ਮੇਰੇ ਕੋਲ ਹੈ ਉਹ ਤੁਹਾਡੇ ਕੋਲ ਵੀ ਹੈ, ਉਹ ਭਾਈ ਸਾਹਿਬ ਕੋਲ ਵੀ ਹੈ, ਇਹਨਾਂ ਕੋਲ ਸਭ ਕੋਲ ਹੈਗੀ ਹੈ। ਅਗਰ ਆਪਾਂ ਵੇਦਾਂ ਦੀ ਗੱਲ ਕਰੀਏ ਤਾਂ ਰੱਬ ਕਹਿੰਦਾ ਹੈ ਕਿ ਮੈਂ ਇਨਸਾਨ ਨੂੰ ਆਪਣੀ ਛਵੀ ਦੇ ਰੂਪ ਵਿੱਚ ਬਣਾਇਆ, ਆਪਣੇ ਸਰੂਪ ਵਿੱਚ ਬਣਾਇਆ। ਇਹਦਾ ਮਤਲਬ ਅਸੀਂ ਰੱਬ ਹੋ ਗਏ। ਹੁਣ ਰੱਬ ਕਮਜ਼ੋਰ, ਲਾਚਾਰ, ਬਿਮਾਰ ਤਾਂ ਨਹੀਂ ਹੋ ਸਕਦਾ। ਇਹਦਾ ਮਤਲਬ ਆਪਾਂ ਕੋਈ ਗਲਤੀਆਂ ਕਰਦੇ ਜ਼ਿੰਦਗੀ ਵਿੱਚ ਤਾਂ ਭੁਗਤਾਨ ਕਰਨਾ ਪੈਂਦਾ ਹੈ। ਤੇ ਕਿਡਨੀ ਫੇਲ ਹੋਵੇ, ਚਾਹੇ ਲੀਵਰ ਫੇਲ ਹੈ, ਚਾਹੇ ਕੈਂਸਰ ਹੈ, ਚਾਹੇ ਥੈਲੀਸੀਮੀਆ ਹੈ, ਆਪਾਂ ਜਿਹਨੂੰ ਕਿਡਨੀ ਫੇਲ ਕਹਿ ਰਹੇ ਹਾਂ ਅਸੀਂ ਉਹਨੂੰ ਕਹਿੰਦੇ ਹਾਂ ਕਿਡਨੀ ਘੱਟ ਕੰਮ ਕਰ ਰਹੀ ਹੈ, ਪ੍ਰੈਸ਼ਰਾਈਜ਼ ਹੈ। ਲੀਵਰ ਫੇਲ ਕਹਿ ਰਿਹਾ ਜਿਹੜਾ ਉਹਨੂੰ ਮਾਡਰਨ ਪੈਥੀ, ਆਪਾਂ ਉਹਨੂੰ ਕਹਿੰਦੇ ਹਾਂ ਲੀਵਰ ਘੱਟ ਕੰਮ ਕਰ ਰਿਹਾ ਹੈ। ਕੈਂਸਰ ਵਿੱਚ ਅਸੀਂ ਕਹਿੰਦੇ ਹਾਂ ਬਾਡੀ ਨੂੰ ਕੈਂਸਰ ਵਾਲੀ ਨੌਬਤ ਕਿਉਂ ਆਈ? ਕੈਂਸਰ ਦਾ ਸੈੱਲ ਸਾਡਾ ਆਪਣਾ ਹੀ ਸੈੱਲ ਹੈ ਲੇਕਿਨ ਬਾਡੀ ਦਾ ਬਾਗੀ ਸੈੱਲ ਹੈ। ਬੇਸਿਕਲੀ ਬਾਡੀ ਦੇ ਖਿਲਾਫ ਕਰਨ ਲੱਗ ਗਿਆ ਬਿਕੋਜ਼ ਆਫ ਆਟੋ ਇਮਿਊਨਿਟੀ, ਮਤਲਬ ਆਪਣੀ ਇਮਿਊਨਿਟੀ ਦੇ ਖਿਲਾਫ ਕੰਮ ਕਰਨ ਕਰਕੇ। ਅਸੀਂ ਕਹਿੰਦੇ ਹਾਂ ਅਗਰ ਆਪਣੇ ਸਰੀਰ ਨੂੰ ਆਪਾਂ ਆਪਣੇ ਅੰਦਰਲੇ ਸਿਸਟਮ ਨੂੰ ਠੀਕ ਕਰ ਲਈਏ, ਇਹਨੂੰ ਅੰਦਰੋਂ ਸਟਰੋਂਗ ਕਰ ਲਈਏ, ਕਲੀਨ ਕਰ ਲਈਏ, ਡਿਟੌਕਸ ਕਰ ਲਈਏ, ਤਾਂ ਬਾਡੀ ਆਪਣੇ ਆਪ ਹੀ ਬਿਮਾਰੀ ਨੂੰ ਹਰਾ ਦਿੰਦੀ ਹੈ। ਮਤਲਬ ਅਸੀਂ ਕੋਈ ਦਵਾਈ ਨਾਲ ਨਹੀਂ ਠੀਕ ਕਰਨ ਦੀ ਗੱਲ ਕਰ ਰਹੇ ਹਾਂ, ਬਾਡੀ ਆਪਣੇ ਆਪ ਠੀਕ ਕਰਦੀ ਹੈ। ਅਸੀਂ ਸਿਰਫ ਮਾਹੌਲ ਕ੍ਰੀਏਟ ਕਰਦੇ ਹਾਂ। ਉਹਦੇ ਵਾਸਤੇ ਅਸੀਂ ਹਿਮਸ ਹਸਪੀਟਲ ਖੋਲ੍ਹੇ ਹੋਏ ਆ ਪੂਰੇ ਭਾਰਤ ਵਿੱਚ, ਜਿਹਦੇ ਚੰਡੀਗੜ੍ਹ ਡੇਰਾਬੱਸੀ 'ਚ ਵੀ ਹੈਗਾ, ਮੇਰਠ, ਮੁੰਬਈ, ਆਪਣਾ ਜੈਪੁਰ, ਜੋਧਪੁਰ, ਲਖਨਊ, ਅੰਮ੍ਰਿਤਸਰ, ਗੁੜਗਾਂਵ, ਐਵੇਂ ਕਈ ਸ਼ਹਿਰਾਂ 'ਚ, ਲੁਧਿਆਣਾ, ਕਈ ਸ਼ਹਿਰਾਂ 'ਚ ਅਸੀਂ ਹਿਮਸ ਖੋਲ੍ਹ ਚੁੱਕੇ ਹਾਂ। ਅਤੇ ਪੂਰੇ ਭਾਰਤ 'ਚ ਸਾਡੇ 100 ਤੋਂ ਅਧਿਕ ਕਲੀਨਿਕ ਹੈਗੀਆਂ। ਸਭ ਜਗ੍ਹਾ ਡਾਕਟਰਸ ਬੈਠਦੇ ਆ। ਅਸੀਂ ਕੀ ਕਰਦੇ ਹਾਂ, ਪਹਿਲੇ ਪੇਸ਼ੈਂਟ ਦਾ ਚੈੱਕਅਪ ਕਰਦੇ ਹਾਂ, ਉਹਨੂੰ ਬਿਮਾਰੀ ਹੈ ਕੀ, ਹੋਈ ਕਿਉਂ, ਉਹ ਕਾਰਨ ਲੱਭਦੇ ਹਾਂ। ਫਿਰ ਅਸੀਂ ਕਾਰਨ 'ਤੇ ਕੰਮ ਕਰਦੇ ਹਾਂ। ਉਹ ਕਾਰਨ ਲੱਭਦੇ ਹਾਂ ਅਸੀਂ ਖਾਣਾ ਪੀਣਾ, ਲਾਈਫ ਸਟਾਈਲ, ਕੋਈ ਦਵਾਈਆਂ ਦਾ ਸਾਈਡ ਇਫੈਕਟ, ਸਟ੍ਰੈਸ ਲੈਵਲ, ਜਾਂ ਕੋਈ ਮਤਲਬ ਬਾਡੀ ਵਿੱਚ ਆਟੋ ਇਮਿਊਨਿਟੀ ਜਾਂ ਬਾਡੀ ਦਾ ਕੋਈ ਅੰਗ ਸਾਥ ਨਹੀਂ ਦੇ ਰਿਹਾ। ਉਹ ਜਦੋਂ ਕਮੀ ਲੱਭ ਲੈਂਦੇ ਹਾਂ ਫਿਰ ਅਸੀਂ ਇਲਾਜ ਸ਼ੁਰੂ ਕਰਵਾਉਂਦੇ ਹਾਂ। ਸਾਡੇ ਡਾਕਟਰਸ ਕਰਦੇ ਆ। ਫਿਰ ਨਾਲ ਡਾਈਟ ਦੱਸਦੇ ਹਾਂ, ਨਾਲ ਕੁਝ ਜੜੀ ਬੂਟੀਆਂ ਦੱਸਦੇ ਹਾਂ। ਧੀਰੇ ਧੀਰੇ ਕੀ ਹੁੰਦਾ ਹੈ, ਬਾਡੀ ਆਪਣੇ ਆਪ ਹੀ ਹੀਲ ਕਰਨਾ ਆਪਣੇ ਆਪ ਨੂੰ ਸ਼ੁਰੂ ਕਰ ਦਿੰਦੀ ਹੈ। ਪਰ ਆਚਾਰਿਆ ਜੀ, ਤੁਸੀਂ ਐਡਾ ਦਾਅਵਾ ਕਰ ਰਹੇ ਹੋ ਕਿ ਤੁਹਾਡੇ ਹਿਮਸ ਦੇ ਵਿੱਚ ਕਈ ਪੇਸ਼ੈਂਟਸ ਆਏ ਨੇ, ਠੀਕ ਹੋ ਕੇ ਵੀ ਗਏ ਨੇ। ਕਿੰਨੇ ਕੁ ਪੇਸ਼ੈਂਟਸ ਆਏ ਨੇ ਇਹਨਾਂ ਬਿਮਾਰੀਆਂ ਦੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿਨ੍ਹਾਂ ਦਾ ਦਾਅਵਾ ਕਰ ਰਹੇ ਹੋ ਤੁਹਾਡੇ ਕੋਲ ਸਬੂਤ ਹੋਣਗੇ ਬਕਾਇਦਾ ਕਿ ਠੀਕ ਹੋਏ ਨੇ? ਦੇਖੋ, ਮੈਂ ਤੁਹਾਨੂੰ ਜਿੰਨੀਆਂ ਚਾਹੋ ਉਨੀਆਂ ਰਿਪੋਰਟਾਂ ਦਿਖਾ ਸਕਦਾ, ਜਿੰਨੀਆਂ ਚਾਹੋ। ਜਿਵੇਂ ਕਿਡਨੀ ਫੇਲ ਹੈ, ਪੇਸ਼ੈਂਟ ਨੂੰ ਡਾਇਲਿਸਿਸ ਕਰਾਉਣਾ ਪੈਂਦਾ ਹੈ, ਫਿਰ ਟ੍ਰਾਂਸਪਲਾਂਟ ਕਰਾਉਣਾ ਪੈਂਦਾ ਹੈ। ਮੈਂ ਘੱਟੋ ਘੱਟ ਤੁਹਾਨੂੰ 50 ਲੋਕਾਂ ਦੇ ਨੰਬਰ ਦੇ ਦਿੰਦਾ ਜਿਨ੍ਹਾਂ ਨੇ ਟ੍ਰਾਂਸਪਲਾਂਟ ਕਰਾਇਆ 30 ਦਿਨ ਦੇ ਅੰਦਰ, 1 ਮਹੀਨੇ ਦੇ ਅੰਦਰ, 8 ਮਹੀਨੇ ਦੇ ਅੰਦਰ, 4 ਮਹੀਨੇ ਦੇ ਅੰਦਰ, 4 ਦਿਨ ਦੇ ਅੰਦਰ ਦੁਬਾਰਾ ਫੇਲ ਹੋ ਗਿਆ। ਪਲੱਸ ਕੁਛ ਐਵੇਂ ਦੇ ਪੇਸ਼ੈਂਟ ਮਿਲਵਾਨਾ ਜਿਨ੍ਹਾਂ ਨੇ ਕਿਡਨੀ ਦਿੱਤੀ ਸੀ ਆਪਣੇ ਪਤੀ ਨੂੰ, ਲੇਕਿਨ ਉਹਨਾਂ ਦੀ ਆਪਣੀ ਕਿਡਨੀ ਵੀ, ਉਹਨਾਂ ਨੂੰ ਆਪਣੇ ਆਪ ਨੂੰ ਵੀ ਦਿੱਕਤ ਆ ਗਈ, ਉਹ ਵੀ ਐਡਮਿਟ ਹੋ ਗਏ ਹਸਪੀਟਲ ਵਿੱਚ। ਫਿਰ ਜਿਹੜੇ ਡਾਇਲਿਸਿਸ ਕਰਾ ਰਹੇ ਹੈ, ਕੀ ਡਾਇਲਿਸਿਸ ਇਲਾਜ ਹੈ? ਨੋ, ਇਹ ਇੱਕ ਮੈਨੇਜਮੈਂਟ ਹੈ ਕਿ ਕਿਡਨੀ ਤੁਹਾਡੀ ਖਰਾਬ ਹੋ ਗਈ, ਤੁਸੀਂ ਹੁਣ ਪਾਣੀ ਐਵੇਂ ਕੱਢੀ ਜਾਓ ਬਾਡੀ ਦਾ। ਅਸੀਂ ਕਹਿੰਦੇ ਹਾਂ ਉਹੀ ਕਿਡਨੀ ਰੀਗਰੋ ਕਰ ਸਕਦੀ ਹੈ, ਉਹੀ ਕਿਡਨੀ ਰੀਜਨਰੇਟ ਕਰ ਸਕਦੀ ਹੈ, ਉਹੀ ਕਿਡਨੀ ਰਿਪੇਅਰ ਹੋ ਸਕਦੀ ਹੈ, ਲੇਕਿਨ ਮਾਹੌਲ ਤਾਂ ਦਿਓ। ਜਿਵੇਂ ਤੁਹਾਨੂੰ ਇੱਕ ਸਵਾਲ ਪੁੱਛਦਾ, ਦੁਨੀਆ ਵਿੱਚ ਜੰਗਲ ਵਿੱਚ ਅਰਬੋਂ ਖਰਬੋਂ ਜਾਨਵਰ ਰਹਿੰਦੇ ਆ, ਕਰੋੜੋਂ ਜਾਨਵਰ ਰਹਿੰਦੇ ਆ। ਉਹ ਕਿਹੜੇ ਹਸਪੀਟਲ ਜਾਂਦੇ ਆ? ਉਹ ਕਦੀ ਸੁਣਿਆ ਕਦੀ ਉਹ ਕਿਸੇ ਵੱਡੇ ਹਸਪੀਟਲ ਗਏ ਹੁਣ ਡਾਕਟਰ ਸਾਹਿਬ ਮੇਰੇ ਹਾਰਟ ਦਾ ਇਲਾਜ ਕਰ ਦੇ, ਕਿ ਡਾਕਟਰ ਸਾਹਿਬ ਮੇਰੀ ਕਿਡਨੀ ਕੱਢ ਦਿਓ, ਮੇਰਾ ਲੀਵਰ ਕੱਢ ਦਿਓ, ਮੈਂ ਬੱਚਾ ਨਹੀਂ ਪੈਦਾ ਕਰ ਪਾ ਰਿਹਾ? ਕਦੀ ਦੁਨੀਆ ਦਾ ਕੋਈ ਜਾਨਵਰ ਬਿਮਾਰ ਪੈਂਦਾ? ਦੁਨੀਆ ਦਾ ਕੋਈ ਜਾਨਵਰ ਡਾਕਟਰ ਕੋਲ ਜਾਂਦਾ ਹੈ? ਉਹ ਕਿਵੇਂ ਠੀਕ ਹੁੰਦਾ? ਆਪਣੇ ਆਪ ਕਰਦਾ, ਆਪਣੇ ਆਪ ਨੂੰ ਕਿਵੇਂ ਠੀਕ ਕਰਦਾ? ਤੁਸੀਂ ਦੱਸੋ। ਬਟ ਸਾਡੇ ਕੋਲੇ ਕੋਈ ਆਚਾਰਿਆ ਜੀ ਉਹਦਾ ਅੰਕੜਾ ਵੀ ਤਾਂ ਨਹੀਂ ਹੁੰਦਾ ਹੋਏਗਾ ਨਾ? ਜੇਕਰ ਕੋਈ ਜਾਨਵਰ ਬਿਮਾਰ ਹੋ ਕੇ ਮਰ ਵੀ ਗਿਆ ਤਾਂ ਸਾਡੇ ਕੋਲੇ ਉਸਦੇ ਕੋਈ ਅੰਕੜੇ ਨਹੀਂ ਨਾ ਹੁੰਦੇ। ਸਾਡੇ ਇਨਸਾਨਾਂ ਦਾ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਕੋਈ ਇਨਸਾਨ ਕਿਸੇ ਹਸਪੀਟਲ ਦੇ ਵਿੱਚ ਗਿਆ, ਉਹਦਾ ਕਿਤੇ ਨਾ ਕਿਤੇ ਉਹਦਾ ਡਾਟਾ ਹੋਊਗਾ। ਦੇਖੋ, ਜਾਨਵਰ ਕਦੀ ਵੀ ਤੁਸੀਂ ਨੋਟਿਸ ਕਰੋ, ਕੋਈ ਜਾਨਵਰ ਜੰਗਲ ਵਿੱਚ ਬਿਮਾਰ ਹੋ ਕੇ ਕਦੀ ਨਹੀਂ ਮਰਦਾ। ਜਦੋਂ ਵੀ ਜਾਨਵਰ ਬਿਮਾਰ ਹੋਏਗਾ, ਜਿਵੇਂ ਆਪਾਂ ਗੱਲ ਕਰਦੇ ਹਾਂ ਹਾਥੀ ਦੀ ਐਵਰੇਜ ਏਜ
ਅੱਜ ਤੋਂ 100 ਸਾਲ ਪਹਿਲਾਂ ਵੀ 80 ਸਾਲ ਸੀ, ਅੱਜ ਤੋਂ 200 ਸਾਲ ਪਹਿਲਾਂ ਜ਼ਰੂਰ 90 ਸਾਲ ਸੀ, ਅੱਜ ਵੀ 80 ਸਾਲ ਹੀ ਹੈ। ਲੇਕਿਨ ਇਨਸਾਨ ਦੀ ਐਵਰੇਜ ਪਹਿਲੇ 120 ਸਾਲ ਸੀ, ਜਿਹੜੀ ਅੱਜ 66 ਸਾਲ ਲੱਗੀ ਹੈ। ਭਾਰਤ ਦੀ ਗੱਲ ਕਰੀਏ, ਜਾਪਾਨ ਦੀ 84 ਸਾਲ ਹੈ, ਚਾਈਨਾ ਦੀ 79 ਹੈ, ਅਮਰੀਕਾ ਦੀ 72 ਹੈ, ਰਸ਼ੀਆ ਦੀ 74 ਹੈ, ਇੰਡੀਆ ਦੀ 66 ਹੈ, ਈਵਨ ਕਿ ਚਾਈਨਾ ਦੀ 79 ਹੈ, ਜਾਪਾਨ ਦੀ 84 ਹੈ। ਤੇ ਸੋਚੋ ਆਪਣੀ ਇਹ ਐਵਰੇਜ ਕਿਉਂ ਘਟ ਗਈ? ਇਹਦੀ ਵਜ੍ਹਾ ਕਿ ਆਪਣਾ ਸਾਰਾ ਸਿਸਟਮ ਵਿਗੜ ਗਿਆ, ਆਪਾਂ ਅੰਗਰੇਜ਼ਾਂ ਦੇ ਪਿੱਛੇ ਲੱਗ ਗਏ। ਹੁਣ ਰਹੀ ਗੱਲ ਜਾਨਵਰ ਕੀ ਕਰਦੇ ਨੇ ਜੰਗਲ ਵਿੱਚ, ਜਦੋਂ ਵੀ ਕੋਈ ਜਾਨਵਰ ਦੁਨੀਆ 'ਚ ਬਿਮਾਰ ਹੁੰਦਾ, ਜੰਗਲ ਵਿੱਚ ਕੋਈ ਜਾਨਵਰ ਬਿਮਾਰ ਹੋਏਗਾ, ਉਹ ਜਾਨਵਰ ਜਦੋਂ ਵੀ ਜੰਗਲ ਵਿੱਚ ਬਿਮਾਰ ਪਏਗਾ, ਉਹ 2 ਤੋਂ 3 ਦਿਨ ਵਾਸਤੇ ਖਾਣਾ ਛੱਡ ਦਿੰਦੇ ਆ ਆਪਣੇ ਆਪ ਹੀ। ਫਿਰ ਕੀ ਕਰਦੇ ਆ? ਘਾਹ ਖਾਣਗੇ, ਭੁੱਖੇ ਰਹਿਣਗੇ, ਧੁੱਪ ਸੇਕਣਗੇ, ਸਿਰਫ ਪਾਣੀ ਪੀਣਗੇ ਤੇ ਰੈਸਟ ਕਰਨਗੇ। 2-4 ਦਿਨਾਂ 'ਚ ਬੋਡੀ ਉਹਨੂੰ ਆਪਣੇ ਆਪ ਹੀ ਠੀਕ ਕਰ ਦੇਗੀ। ਆਪਾਂ ਕਹਿੰਦੇ ਨਾ ਬੋਡੀ ਰੱਬ ਹੈ, ਆਪਾਂ ਮੈਂ ਹੁਣੇ ਕਹਿੰਦਾ ਬੋਡੀ ਰੱਬ ਹੈ, ਭਗਵਾਨ ਹੈ, ਤੇ ਭਗਵਾਨ ਆਪਣੇ ਆਪ ਨੂੰ ਆਪ ਹੀ ਹੀਲ ਕਰ ਲੈਂਦਾ। ਜਿਵੇਂ ਬੋਡੀ ਨੂੰ ਖਾਲੀ ਛੱਡਦਾ, ਬੋਡੀ ਦੀ ਰਿਪੇਅਰਿੰਗ ਕਰ ਲਈ। ਮੈਂ ਤੁਹਾਨੂੰ ਇੱਕ ਹੋਰ ਸਵਾਲ ਪੁੱਛਦਾ, ਜਦੋਂ ਦੁਨੀਆ 'ਚ ਸੁਨਾਮੀ ਆਈ ਸੀ, ਜਦੋਂ ਸੁਨਾਮੀ ਆਈ ਤੇ ਜਾਨਵਰ ਕਿਉਂ ਨਹੀਂ ਮਰੇ ਸੀ? ਇਹ ਰਿਪੋਰਟ ਗੂਗਲ ਤੇ BBC ਤੇ ਸਭ ਜਗ੍ਹਾ ਪਈ ਹੈ ਕਿ ਸੁਨਾਮੀ ਵਿੱਚ ਜਾਨਵਰ ਨਹੀਂ ਮਰੇ। ਜੀ ਬਿਲਕੁਲ। ਕਿਉਂ ਨਹੀਂ ਮਰੇ? ਰੀਜ਼ਨ, ਜਦੋਂ ਸੁਨਾਮੀ ਆਣੀ ਸੀ ਉਸ ਤੋਂ 1 ਦਿਨ ਪਹਿਲਾਂ, 2 ਦਿਨ ਪਹਿਲਾਂ ਕੁੱਤੇ, ਬਿੱਲੀਆਂ, ਘੋੜੇ, ਗਧੇ, ਹਾਥੀ, ਬੈਲ, ਗਾਵਾਂ, ਇਹ ਸਭ ਆਪਣੇ ਖੁੰਟੇ ਤੋੜ ਕੇ ਆਪਣੇ ਆਪ ਨੂੰ ਉਸ ਇਲਾਕੇ ਤੋਂ ਦੂਰ ਲੈ ਕੇ ਉੱਚੇ ਇਲਾਕੇ 'ਚ ਚਲੇ ਗਏ। ਇਹਨਾਂ ਨੂੰ ਕਿਵੇਂ ਪਤਾ ਚੱਲਿਆ ਸੁਨਾਮੀ ਆਉਣ ਵਾਲੀ ਹੈ? 1 ਦਿਨ ਪਹਿਲਾਂ ਇਹਨਾਂ ਨੂੰ ਕਿਵੇਂ ਪਤਾ ਚੱਲਿਆ? 2 ਦਿਨ ਪਹਿਲਾਂ ਕਿਵੇਂ ਪਤਾ ਚੱਲਿਆ? ਦੱਸੋ। ਸਵਾਲ ਹੈ, ਵਾਕਈ ਬਹੁਤ ਵੱਡਾ ਸਵਾਲ ਹੈ ਨਹੀਂ, ਸਾਨੂੰ ਤਾਂ ਪਤਾ ਹੈ ਇਹ ਸਵਾਲ, ਲੇਕਿਨ ਮੈਨੂੰ ਤਾਂ ਜਵਾਬ ਪਤਾ, ਮੈਂ ਤੁਹਾਨੂੰ ਪੁੱਛ ਰਿਹਾ, ਤੁਹਾਨੂੰ ਇਹ ਆਈਡੀਆ ਹੈ ਕਿ ਨਹੀਂ ਹੈ? ਨਹੀਂ, ਬਿਲਕੁਲ ਵੀ ਨਹੀਂ। ਇਹਨਾਂ ਕੋਲ ਜਾਨਵਰ ਜ਼ਮੀਨ ਨਾਲ ਜੁੜੇ ਹੋਏ ਆ, ਜਾਨਵਰ ਕਦੀ ਚੱਪਲ ਜੁੱਤੇ ਨਹੀਂ ਘੁੰਮਦੇ, ਧਰਤੀ ਤੇ ਜੁੜੇ ਹੋਏ ਤੇ 6 ਸੈਂਸ, ਧਰਤੀ ਉਹਨਾਂ ਨੂੰ ਇੰਟਿਊਸ਼ਨ ਦੇ ਦਿੰਦੀ ਹੈ। ਆਪਣੇ ਇੱਥੇ ਨਾ ਆਪਾਂ ਬਿੰਦੀ ਲਾਉਂਦੇ ਆ, ਟਿੱਕਾ ਲਾਉਂਦੇ ਆ, ਇੱਥੇ ਨਾ ਇੱਕ ਪੀਨੀਅਲ ਗਲੈਂਡ ਹੁੰਦਾ ਹੈ। ਜਿਵੇਂ ਭਗਵਾਨ ਸ਼ਿਵ ਦੀ ਫੋਟੋ ਦੇਖਦੇ ਹਾਂ ਆਪਾਂ, ਉਹਦੇ 'ਚ ਤੇ ਤੀਸਰੀ ਆਂਖ ਦਿਖਦੀ ਹੈ, ਜਿਹਨੂੰ ਆਪਾਂ ਭਗਵਾਨ शिव की आंख बोलते हैं। इन्हों पीनियल ग्लैंड कहते हैं, 3rd आई चक्रा इसको बोलते हैं। आपकी बॉडी को आभासीय शक्ति, तो आपको आभास हो जाता है, जैसे आपको सामने वाले को मिलके पता है यार ये बंदा ठीक नहीं है। इंट्यूशन बोलते हैं ना कि आपकी कोई सहेली है, आप उसके साथ बैठे लेकिन नेगेटिविटी आ रही है आपको, और किसी के साथ बैठ के आपको पॉजिटिविटी आ रही है। जैसे मैं आपको इंटरव्यू में सवालों के जवाब दे रहा हूँ कि किडनी ठीक हो सकती है, लीवर ठीक हो सकता है, आपको पता लग जाएगा मैं झूठ बोल रहा हूँ कि सच बोल रहा हूँ, और पेशेंट को भी पता लग जाएगा। जो सामने बैठा हमें देख रहा है ना, उसके अंदर भी एक छठी इंद्री है, उसको समझ आएगा ये आदमी इतने कॉन्फिडेंस से जो बोल रहा है, झूठ बोल रहा है या सच बोल रहा है। तो मैं तो चैलेंज करता हूँ, हमारे जितने भी हिम्स हॉस्पिटल हैं वहाँ आओ, देखो, पेशेंट से मिलो, खुद समझो कि क्या करते हैं हम, कैसे करते हैं और कैसे दुनिया को ठीक करते हैं। जैसे हिम्स हमारा डेराबस्सी में है, लखनऊ में है, मुंबई में, मेरठ में, अमृतसर, गुड़गांव, जयपुर, जोधपुर, लुधियाना, कई शहरों में, और इसके अलावा भागलपुर है बिहार में, गोवा में है, मुंबई में, थाने में भी है। तो ऐसे कई शहरों में हमारे हिम्स है। तो मैं सारे इंडिया को चैलेंज करता हूँ, जिसको भी किडनी फेल है, लीवर फेल है, कैंसर है या थैलीसीमिया, जिसमें कि बंदे को, बच्चे को हर हफ्ते खून चढ़ाना पड़ता है, ऐसी बीमारी जिसमें बोलता है इलाज है, बोन मैरो ट्रांसप्लांट कराओ, मैं आपको 150 बच्चों की लिस्ट दे दूंगा जिनका खून चढ़ना बंद हो गया, क्योंकि अभी हमारे से संपर्क ही लगभग 250 बच्चों ने किया। तो और कुछ बच्चे हैं जिनका अब हफ्ते की जगह 20 दिन में चढ़ रहा है, महीने में चढ़ रहा है। देखो, हम भगवान नहीं है, हम सबको ठीक नहीं कर सकते, हम भगवान का स्वरूप है, भगवान का रूप है, गाइड सही कर सकते हैं। हाँ, झूठ नहीं बोलेंगे, मिसगाइड नहीं करेंगे, आपको सही बात बताएंगे कि आपका कितना भविष्य है, कैसा बीतने वाला है। ਪਰ ਅਗਰ ਆਚਾਰਿਆ ਜੀ ਤੁਸੀਂ ਐਡਾ ਦਾਵਾ ਕਰ ਰਹੇ ਹੋ ਤਾਂ ਲੋਕ ਵਿਸ਼ਵਾਸ ਕਿਉਂ ਨਹੀਂ ਇੰਨਾ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਹਲੇ 200 ਪੌਣੇ 200 ਲੋਕਾਂ ਨੇ ਹੀ ਤੁਹਾਡੇ ਨਾਲ ਸੰਪਰਕ ਕੀਤਾ ਹੈ ਥੈਲੀਸੀਮੀਆ ਦੇ। ਕਿਡਨੀ ਦੇ ਤਾਂ ਸਾਡੇ ਕੋਲ 3000 ਤੋਂ ਉੱਤੇ ਪੇਸ਼ੈਂਟ ਹੋ ਚੁੱਕੇ ਆ ਜਿਨ੍ਹਾਂ ਦਾ ਡਾਇਲਿਸਿਸ ਬੰਦ ਹੋ ਗਿਆ। ਪਰ ਸਾਡੇ ਕੋਲ PGI ਸਾਡੇ ਨੀਅਰ ਬਾਏ ਹੈ, ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਪੇਸ਼ੈਂਟਸ ਉੱਥੇ ਰੁਲ ਰਹੇ ਹੁੰਦੇ ਆ ਇਹਨਾਂ ਬਿਮਾਰੀਆਂ ਨੂੰ ਲੈ ਕੇ, ਉਹਨਾਂ ਨੂੰ ਹਾਲਾਂਕਿ ਡਾਕਟਰ ਦੇ ਕੋਲੇ ਸਮਾਂ ਹੀ ਨਹੀਂ ਹੁੰਦਾ, ਤਾਂ ਉਹ ਕਿਉਂ ਨਹੀਂ ਇਸ ਸਾਈਡ ਆ ਰਹੇ? ਦੇਖੋ, ਮੈਂ ਤੁਹਾਨੂੰ ਸੱਚੀ ਦੱਸਾਂ, ਜਿਹੜੇ ਸਾਡੇ ਹਿਮਸ ਹਸਪੀਟਲ ਹੈ ਨਾ, ਸਾਰੇ ਹਾਊਸਫੁੱਲ ਹੈਗੇ ਆ, ਸਾਡੇ ਕੋਲ ਕੋਈ ਸੀਟ ਨਹੀਂ ਗੀ। ਸਾਡੇ ਕੋਲ ਜਿੰਨੀਆਂ ਸੀਟਾਂ ਨੇ, ਜਿੰਨੇ ਬੈੱਡ ਨੇ, ਸਭ ਫੁੱਲ ਨੇ, ਐਡਵਾਂਸ ਬੁਕਿੰਗ ਚੱਲ ਰਹੀ ਹੈ। ਲੇਕਿਨ ਲੋਕਾਂ ਨੂੰ ਲੱਗਦਾ ਜਿਹੜਾ ਡਾਕਟਰ ਅੰਗਰੇਜ਼ੀ ਬੋਲਦਾ ਹੈ, MBBS ਹੈ, ਬਸ ਇਹੀ ਡਾਕਟਰ ਹੈ, ਉਹੀ ਸਿਆਣਾ ਹੈ, ਬਾਕੀ ਸਭ ਛੋਟੇ ਡਾਕਟਰ ਨੇ, ਜਿਹਨੂੰ ਆਪਾਂ BMS ਕਹਿੰਦੇ ਆ। ਉਹ ਵੀ ਤੁਹਾਨੂੰ ਦੱਸ ਦੇਣਾ, ਇਹ ਜੋ ਵੀ MBBS ਲਿਖਦੇ ਆ, ਡਿਗਰੀ ਦਾ ਨਾਮ MBBS ਹੈ ਨਹੀਂਗਾ, ਡਿਗਰੀ ਦਾ ਨਾਮ ਉਹਨਾਂ ਦਾ ਵੀ BMBS ਹੈਗਾ, ਆਯੁਰਵੇਦਾ BAMS ਹੈਗਾ,
ਹੋਮਿਓਪੈਥੀ ਦਾ BHMS ਹੈਗਾ, ਬੇਸਿਕਲੀ ਬੈਚਲਰ ਡਿਗਰੀ ਹੈ। ਹੁਣ ਤੁਸੀਂ ਇਹ ਸਵਾਲ ਡਾਕਟਰ ਤੋਂ ਪੁੱਛੋ ਤੁਸੀਂ MBBS ਕਿਉਂ ਲਿਖਦੇ ਹੋ, ਬਿਕੋਜ਼ ਇਟਸ ਅ ਮੈਡੀਕਲ ਮਾਫੀਆ ਨੂੰ ਕੰਟਰੋਲ ਕਰਦਾ ਹੈ। ਉਹ MBBS ਦਾ ਮਤਲਬ ਹੈ, ਉਹ ਲੈਟਿਨ ਸ਼ਬਦ ਹੈ। BMBS ਨੂੰ ਅਗਰ ਲੈਟਿਨ ਵਿੱਚ ਲਿਖੋਗੇ ਤਾਂ MBB ਆਏਗਾ, MBBC ਆਏਗਾ, ਐਸ ਵੀ ਨਹੀਂ ਆਏਗਾ। ਉਹ ਕੀ ਕਰਦੇ ਉਹਨੂੰ MBBS ਬਣਾਤਾ ਚੱਕ ਕੇ ਉਹਨਾਂ ਨੇ, ਜਦਕਿ ਨਾਮ ਕੀ ਹੈ ਡਾਕਟਰੀ ਦਾ। ਤੁਸੀਂ ਡਾਕਟਰ ਕਿਸੇ ਵੀ ਐਲੋਪੈਥੀ ਡਾਕਟਰ ਨੂੰ ਬੋਲੋ ਤੇਰੀ ਡਿਗਰੀ ਦਿਖਾ, ਉਹਦੇ ਤੇ ਲਿਖਿਆ ਹੁੰਦਾ BMBS, ਬੈਚਲਰ ਆਫ ਮੈਡੀਸਨ, ਬੈਚਲਰ ਆਫ ਸਰਜਰੀ। ਇਹ ਸਾਰੇ ਦੇਸ਼ ਨਾਲ ਧੋਖਾ ਕਰਦੇ ਆ ਡਾਕਟਰ ਕਿ ਆਪਣੀ ਡਿਗਰੀ ਵੀ ਗਲਤ ਦੱਸਦੇ ਆ, ਕਿਉਂਕਿ ਇਹ ਆਪਣੇ ਆਪ ਨੂੰ ਵੱਡਾ ਦਿਖਾਉਂਦੇ ਆ। ਅੰਗਰੇਜ਼ਾਂ ਦੇ ਇਹ ਐਲੋਪੈਥੀ ਅੰਗਰੇਜ਼ਾਂ ਦੀ ਹੈਗੀ ਨਾ, ਕਰਦੇ ਜ਼ਰੂਰ ਸਾਡੇ ਡਾਕਟਰ ਨੇ, ਲੇਕਿਨ ਇਹ ਅੰਗਰੇਜ਼ਾਂ ਨੇ ਸ਼ੁਰੂ ਕੀਤੀ ਸੀ। ਉਹ ਚਾਹੁੰਦੇ ਨੇ ਕਿ ਇਹ ਪੈਥੀ ਆਪਣੇ ਆਪ ਨੂੰ ਵੱਡਾ ਦਿਖਾਵੇ ਤਾਂ ਕਿ ਦੂਜੀ ਪੈਥੀਆਂ ਆਯੁਰਵੇਦ, ਹੋਮਿਓਪੈਥੀ, ਨੈਚੁਰੋਪੈਥੀ, ਸਿੱਧਾ, ਯੂਨਾਨੀ ਇਹ ਥੱਲੇ ਹੋ ਜਾਣ ਤਾਂ ਕਿ ਪੈਸਾ ਸਾਰਾ ਇਹਨਾਂ ਕੋਲ ਚਲਾ ਜਾਏ। ਤੁਸੀਂ ਦੇਖੋ ਜਿਹੜੇ ਵੀ ਹਸਪੀਟਲ ਨੇ ਸਾਰੇ ਹਾਊਸਫੁੱਲ ਨੇ। ਇੱਕ ਵੀ ਦਿਖਾਓ ਮੈਨੂੰ ਇੱਕ ਬਿਮਾਰੀ ਦਾ, ਤੁਹਾਨੂੰ ਮੈਂ ਚੈਲੰਜ ਕਰਦਾ, ਤੁਸੀਂ ਮੈਨੂੰ ਇੱਕ ਬਿਮਾਰੀ ਦਾ ਨਾਮ ਦੱਸੋ ਜਿਹੜੀ ਇਹਨਾਂ ਕੋਲ ਇਲਾਜ ਹੈਗਾ ਜਿਹਨੂੰ ਇਹ ਠੀਕ ਕਰ ਪਾਉਂਦੇ ਆ। ਆ ਤੁਹਾਡੇ ਕੋਲ ਕੈਮਰੇ 'ਚ ਪੁੱਛ ਰਿਹਾ ਮੈਂ, ਇੱਕ ਬਿਮਾਰੀ ਦਾ ਨਾਮ ਦੱਸੋ ਜਿਹੜੀ ਇਹ ਐਲੋਪੈਥੀ ਠੀਕ ਕਰ ਪਾਉਂਦੀ ਹੈ। ਨੰਬਰ 1। ਨੰਬਰ 2, ਕੋਈ ਇੱਕ ਦਵਾਈ ਦਾ ਨਾਮ ਦੱਸੋ ਜਿਹੜੀ ਦਵਾਈ ਨਾਲ ਕੋਈ ਇਹ ਦਾਵਾ ਕਰਨ ਕਿ ਇਹ ਬਿਮਾਰੀ ਠੀਕ ਹੋ ਜਾਂਦੀ ਹੈ। ਕੋਈ ਇੱਕ ਦਵਾਈ ਦਾ ਨਾਮ ਦੱਸੋ। ਇਹ ਤਾਂ ਡਾਕਟਰ ਦੱਸ ਸਕਦੇ ਆ, ਬੈਟਰ ਦੱਸ ਸਕਦੇ ਆ, ਬਟ ਵਾਕਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਦਾਵਾ ਤਾਂ ਡਾਕਟਰਾਂ ਦੇ ਵੱਲੋਂ ਕੀਤਾ ਜਾਂਦਾ ਹੈ, ਔਰ ਆਮ ਪਬਲਿਕ ਨੂੰ ਇਸ ਬਾਰੇ ਨੌਲੇਜ ਨਹੀਂ ਹੈ। ਜਿਹਨੂੰ ਮੈਡੀਕਲ ਦੀ ਨੌਲੇਜ ਨਹੀਂ ਹੈ ਉਹ ਇਨਸਾਨ ਦੇ ਲਈ ਤਾਂ ਰੱਬ ਦਾ ਰੂਪ ਵਾਕਈ ਹੁੰਦੇ ਆ ਡਾਕਟਰ। ਉਹ ਆਪਣਾ ਸਭ ਕੁਝ ਛੱਡ ਕੇ ਡਾਕਟਰ ਦੇ ਲੜ ਲੱਗ ਜਾਂਦੇ ਆ ਕਿ ਡਾਕਟਰ ਤੇ ਹੀ ਡਿਪੈਂਡਡ ਹੋ ਜਾਂਦੇ ਆ ਕਿ ਡਾਕਟਰ ਠੀਕ ਕਰੂਗਾ। ਦੇਖੋ ਰੱਬ ਦਾ ਰੂਪ ਡਾਕਟਰ ਸੀਗੇ, ਹੈਗੇ ਹੈ, ਲੇਕਿਨ ਅੱਜ ਕੋਈ ਮੈਡੀਕਲ ਮਾਫੀਆ ਨਾ ਕਈ ਡਾਕਟਰਾਂ ਨੂੰ ਕੰਟਰੋਲ ਕਰਦਾ ਹੈ। ਜਿਵੇਂ ਕਿ ਤੁਸੀਂ ਇੱਕ ਪੇਸ਼ੈਂਟ, ਕੋਈ ਵੀ ਡਾਕਟਰ ਲਿਖੇ ਕਿ ਆਪ ਕਿਡਨੀ ਟ੍ਰਾਂਸਪਲਾਂਟ ਕਰਾ ਲਓ, ਤੁਹਾਡੇ 15 ਲੱਖ ਲੱਗ ਜਾਣਗੇ। ਉਹ ਜਿਹੜਾ ਡਾਕਟਰ ਲਿਖੂਗਾ ਨਾ ਉਹਨੂੰ ਵੀ 2 ਲੱਖ ਰੁਪਏ ਕਮਿਸ਼ਨ ਮਿਲਦੀ ਹੈ। ਜਿਵੇਂ ਟੈਸਟ ਲਿਖਦੇ ਆ ਉਹਦੇ 'ਚ 50-50, 60-60% ਕਮਿਸ਼ਨ ਹੁੰਦੀ ਹੈ। ਤੁਸੀਂ ਆਮਿਰ ਖਾਨ ਦਾ ਇੱਕ ਪ੍ਰੋਗਰਾਮ ਵੀ ਆਇਆ ਸੀ ਕਈ ਸਾਲ ਪਹਿਲੇ, ਸੱਤੇਮੇਵ ਜਯਤੇ, ਜਿੰਦੇ 'ਚ ਕਮਿਸ਼ਨ ਖੋਰੀ ਹਸਪੀਟਲ ਦੇ ਬਿੱਲ ਦੇ ਬਾਰੇ ਉਹਨੇ ਪੂਰਾ ਖੁਲਾਸਾ ਕੀਤਾ ਸੀ। ਇੱਕ ਹੋਰ ਉਹਨੇ ਗੱਲ ਕੀਤੀ ਸੀ ਬੇਸਿਨ ਟੈਸਟ ਦੀ, ਕਿ ਡਾਕਟਰ ਕੀ ਕਰਦੇ ਆ, ਪੈਸੇ ਲੈ ਲੈਣਗੇ, ਤੁਹਾਡਾ ਸੈਂਪਲ ਸੁੱਟ ਦੇਣਗੇ ਵਾਸ਼ ਬੇਸਨ ਵਿੱਚ ਤੇ ਆਪੇ ਹੀ ਲਿਖ ਦੇਣਗੇ ਤੁਹਾਡਾ ਆ ਇੰਨਾ, ਆ ਇੰਨਾ, ਆ ਇੰਨਾ, ਆ ਇੰਨਾ। ਇਹਨੂੰ ਕਹਿੰਦੇ ਬੇਸਿਨ ਟੈਸਟ, ਫੇਕ ਟੈਸਟ। ਹੁਣ ਇਹ ਵਾਲੇ ਟੈਸਟ ਅਗਰ ਹੋਣਗੇ ਤੁਸੀਂ ਕਿਵੇਂ ਉਮੀਦ ਲਗਾਓਗੇ ਰੱਬ ਹੈਗੇ ਆ ਇਹ? ਤੇ ਮੈਂ ਕਹਿੰਦਾ ਰੱਬ ਹੈਗੇ ਆ, ਲੇਕਿਨ ਆਯੁਰਵੇਦ ਦੇ ਡਾਕਟਰ ਰੱਬ ਹੈ। ਐਲੋਪੈਥੀ 'ਚ ਵੀ ਬਹੁਤ ਅੱਛੇ ਡਾਕਟਰ ਹੈਗੇ ਆ, ਸਾਡੇ ਨਾਲ ਵੀ ਜੁੜੇ ਹੋਏ ਆ। ਸਾਡੇ ਨਾਲ ਇੱਕ MBBS MD ਜੁੜੇ ਹੋਏ ਡਾਕਟਰ ਅਮਰ ਸਿੰਘ ਆਜ਼ਾਦ, ਪਟਿਆਲੇ ਤੋਂ CMO ਰਿਟਾਇਰ ਹੋਏ ਆ ਆਪਣਾ ਸਿਵਲ ਹਸਪੀਟਲ ਤੋਂ। ਤੁਸੀਂ ਫਿਰ MBBS ਬੋਲ ਰਹੇ ਹੋ? ਨਹੀਂ, ਉਹ ਫਿਰ MBBS MD ਲਿਖਦੇ ਤਾਂ ਮੈਂ ਵੀ MBBS MD ਕਹੂੰਗਾ ਨਾ, ਕਿਉਂਕਿ ਉਹਨਾਂ ਨੂੰ ਲੋਕ MBBS MD ਜਾਣਦੇ ਆ, ਜਦ ਕਿ ਡਿਗਰੀ ਨਾਮ BMBS ਹੈਗਾ। ਇੱਕ ਹੋਰ ਜੁੜੇ ਹੋਏ ਸਾਡੇ ਨਾਲ BS M ਜੁੜੇ ਹੋਏ ਆ ਡਾਕਟਰ ਅਵਦੇਸ਼ ਪਾਂਡੇ, ਉਹ ਵੀ ਵੈਸੇ ਬੇਸਿਕਲੀ MBBS ਲਿਖਦੇ ਆ। ਇਹਦੇ ਇਲਾਵਾ ਡਾਕਟਰ ਬਿਸਰੂਪ ਜੁੜੇ ਹੋਏ ਆ, ਮੈਂ ਹੈਗਾ ਡਾਕਟਰ ਖਾਦਰ ਵਲੀ ਜੋ ਫੂਡ ਸਾਇੰਟਿਸਟ ਹੈ, ਤੇ ਖੇਤੀ ਵਿਰਾਸਤ ਮਿਸ਼ਨ ਜੁੜਿਆ ਹੋਇਆ ਸਾਡੇ ਨਾਲ। ਉਹਦੇ 'ਚ ਉਮੇਂਦਰ ਦੱਤ ਜੀ ਦੀ ਪੂਰੀ ਟੀਮ ਜੁੜੀ ਹੋਈ ਹੈ। ਅਸੀਂ ਖੇਤੀ 'ਚ ਵੀ ਕੰਮ ਕਰ ਰਹੇ ਹਾਂ, ਲੋਕਾਂ ਨੂੰ ਗੇਹੂੰ ਚਾਵਲ ਤੋਂ ਦੂਰ ਕਰ ਰਹੇ ਹਾਂ, ਸਪਰੇ ਤੋਂ ਬਚਾ ਰਹੇ ਹਾਂ, ਜ਼ਹਿਰ ਮੁਕਤ ਖੇਤੀ ਦੀ ਗੱਲ ਕਰ ਰਹੇ ਹਾਂ, ਪਲੱਸ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਦਿਸ਼ਾ 'ਚ ਵੀ ਕੰਮ ਕਰ ਰਹੇ ਹਾਂ। ਜਿਵੇਂ ਹੁਣ ਸਾਡੀ ਸੰਸਥਾ ਹੈ, ਲਗਭਗ ਸਾਡੀ ਸੰਸਥਾ 'ਚ 250 ਡਾਕਟਰਸ ਨੇ ਆਯੁਰਵੈਦਿਕ। ਇਹਦੇ ਇਲਾਵਾ ਲਗਭਗ 1000 ਲੋਕ ਹੋਰ ਕੰਮ ਕਰਦੇ ਹੈ, ਪਲੱਸ ਸਾਡੇ 100 ਕਲੀਨਿਕ ਹੈ ਪੂਰੇ ਭਾਰਤ ਵਿੱਚ, 100 ਤੋਂ ਜ਼ਿਆਦਾ। ਸਾਡੇ 16 ਹਸਪੀਟਲਸ ਹੈਗੇ ਹਿਮਸ ਦੇ ਨਾਮ ਤੋਂ। ਦਿੱਲੀ ਇਹ ਸਾਡੇ 20 ਸੈਂਟਰ ਹੈਗੇ ਹੈ, ਮੁੰਬਈ ਸਾਡੇ 2 ਸੈਂਟਰ ਹੈਗੇ ਆ। ਇਸ ਤਰ੍ਹਾਂ ਸਾਡੇ ਪੂਰੇ ਇੰਡੀਆ ਸੈਂਟਰ ਫੈਲੇ ਹੋਏ ਆ। ਸਾਡਾ ਇੱਕੋ ਮਕਸਦ ਹੈ, ਪੇਸ਼ੈਂਟ ਠੀਕ ਕਿਵੇਂ ਹੋਏ ਤੇ ਪੇਸ਼ੈਂਟ ਆਪਣੀ ਜ਼ਿੰਦਗੀ ਲੰਬੀ ਜੀਵੇ, ਬਿਨਾਂ ਬਿਮਾਰੀ ਤੋਂ ਜੀਵੇ, ਬਿਨਾਂ ਆਪਰੇਸ਼ਨ ਤੋਂ, ਬਿਨਾਂ ਟ੍ਰਾਂਸਪਲਾਂਟ ਤੋਂ, ਬਿਨਾਂ ਸਰਜਰੀ ਤੋਂ ਜੀਵੇ, ਤੇ ਕਦੀ ਦੁਬਾਰਾ ਕਦੀ ਵੱਡੀ ਬਿਮਾਰੀ ਦੀ ਚਪੇਟ 'ਚ ਵੀ ਨਾ ਆਵੇ, ਤੇ ਉਹਦੇ ਨਾਲ ਕੋਈ ਲੁੱਟਪਟ ਨਾ ਹੋਵੇ। ਪੇਸ਼ੈਂਟ ਨੂੰ ਉਹਨੂੰ ਇੰਨਾ ਗਾਈਡ ਕਰੀਦਾ ਸੀ, ਇੰਨੀ ट्रेनिंग देने कि वो अपना डॉक्टर आप बन जावे, अपना इलाज करे। तो चंडीगढ़ में जो अभियान शुरू हुआ था, अब गुड़गांव, अमृतसर, दिल्ली, जलंधर, जयपुर, पटियाला, संगरूर, कई शहरों में हिम्स शुरू हो चुका है। हिम्स की ब्रांचेस शुरू हो चुकी हैं। अब हमें सिर्फ आपकी मदद चाहिए। भाई राजीव दीक्षित की याद में ये हिम्स शुरू हुआ था। भाई राजीव दीक्षित चाहते थे पूरे विश्व में आयुर्वेद का डंका बचे, आयुर्वेद की वजह से भारत विश्व गुरु बने। हमें आपकी मदद चाहिए। हर किडनी पेशेंट, लीवर फेल के पेशेंट और कैंसर के पेशेंट तक इस वीडियो को पहुंचाइए और भारत को विश्व गुरु बनाने में हमारी मदद कीजिए। धन्यवाद। जय हिंद।